ਇੰਡੀਆ ਦੇ ਨਾਲ ਚੱਲ ਰਹੇ ਟਕਰਾਅ ਦੇ ਦੌਰਾਨ ਜਸਟਿਨ ਟਰੂਡੋ ਆਪਣੇ ਹੀ ਦੇਸ਼ ਦੇ ਵਿੱਚ ਕਸੂਤੇ ਘਿਰਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਆਪਣੇ ਹੀ ਲੋਕਾਂ ਦੇ ਵੱਲੋਂ ਹੁਣ ਤਿੱਖੇ ਸਵਾਲ ਜਸਟਿਨ ਟਰੂਡੋ ਨੂੰ ਕੀਤੇ ਨੇ, ਜਿਸ ਤੋਂ ਬਾਅਦ ਟਰੂਡੋ ਸਰਕਾਰ ਬੈਕਫੁੱਟ ਤੇ ਆ ਗਈ ਹੈ। ਆਖਰ ਕਿੰਨਾ ਲੋਕਾਂ ਦੇ ਵੱਲੋਂ ਸਰਕਾਰ ਨੂੰ ਨਿਸ਼ਾਨਾ ਲਗਾਇਆ ਗਿਆ ਹੈ ਤੇ ਕਿੰਨਾ ਲੋਕਾਂ ਦੇ ਵੱਲੋਂ ਕਿਹੜੇ ਸਵਾਲ ਪੁੱਛੇ ਗਏ ਨੇ, ਜਿਸ ਤੋਂ ਬਾਅਦ ਟਰੂਡੋ ਸਰਕਾਰ ਬੈਕਫੁੱਟ ਤੇ ਹੈ। ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਭਗਵੰਤ ਮਾਨ ਦੀ, ਜਿਹੜੇ ਗਵਰਨਰ ਨੂੰ ਚਿੱਠੀ ਲਿਖ ਕੇ ਕਸੂਤੇ ਫਸਦੇ ਨਜ਼ਰ ਆ ਰਹੇ ਨੇ, ਕਿਉਂਕਿ ਗਵਰਨਰ ਤੋਂ ਬਾਅਦ ਹੁਣ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਭਗਵੰਤ ਮਾਨ ਨੂੰ ਇਸ ਮੁੱਦੇ ਦੇ ਉੱਪਰ ਘੇਰਿਆ ਗਿਆ। ਕਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਭਗਵੰਤ ਮਾਨ ਨੂੰ ਘੇਰਿਆ ਗਿਆ ਤੇ ਕੀ ਕਹਿ ਕੇ ਘੇਰਿਆ ਗਿਆ, ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ। ਤੇ ਉਧਰ ਗੱਲਬਾਤ ਕਰਾਂਗੇ ਇੱਕ ਰਾਸ਼ਟਰ ਇੱਕ ਚੋਣ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਕਦਮ ਅੱਗੇ ਵਧਾ ਦਿੱਤੇ ਗਏ ਨੇ। ਸੋ ਅੱਜ ਇੱਕ ਅਹਿਮ ਮੀਟਿੰਗ ਜਿਸ ਦੇ ਵਿੱਚ ਇਸ ਇੱਕ ਰਾਸ਼ਟਰ ਇੱਕ ਚੋਣ ਦੇ ਸੰਬੰਧ ਦੇ ਵਿੱਚ ਗੱਲਬਾਤ ਹੋਏਗੀ। ਗੱਲਬਾਤ ਕਿੱਥੋਂ ਤੱਕ ਵਧੇਗੀ, ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਜੀ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਜੀ, ਪਿਛਲੇ ਕਈ ਦਿਨਾਂ ਤੋਂ ਭਾਰਤ ਅਤੇ ਕੈਨੇਡਾ ਵਿਚਕਾਰ ਤਣਾਅ ਦੀ ਸਥਿਤੀ ਹੈ, ਜਿਸ ਦੇ ਵਿੱਚ ਕੱਲ ਐਂਟਰੀ ਅਮਰੀਕਾ ਦੀ ਵੀ ਹੋਈ ਸੀ ਤੇ ਦੋ ਟੁੱਕ ਦੇ ਵਿੱਚ ਭਾਰਤ ਨੂੰ ਉਹ ਕਹਿੰਦੇ ਨਜ਼ਰ ਆਏ ਸੀ ਵੀ ਇਹਦੇ ਵਿੱਚ ਅਸੀਂ ਕੋਈ ਤੁਹਾਨੂੰ ਸਪੈਸ਼ਲ ਰਿਆਇਤ ਨਹੀਂ ਦੇਣ ਵਾਲੇ। ਅਮਰੀਕਾ ਨੇ ਆਪਣਾ ਜੋ ਰੁਖ ਹੈ ਉਹ ਸਾਫ਼ ਕਰ ਦਿੱਤਾ ਸੀ ਇਸ ਪੂਰੇ ਸੰਦਰਭ ਦੇ ਵਿੱਚ। ਤੇ ਉਧਰ ਜਸਟਿਨ ਟਰੂਡੋ ਇਹ ਕਹਿੰਦੇ ਨਜ਼ਰ ਆਏ ਸੀ ਵੀ ਭਾਈ ਅਸੀਂ ਤਾਂ ਜਿਹੜੇ ਪ੍ਰੂਫ ਇੰਡੀਆ ਮੰਗ ਰਿਹਾ ਉਹ ਪਹਿਲਾਂ ਹੀ ਦੇ ਚੁੱਕੇ ਹਾਂ। ਕਿਹਨੂੰ ਦਿੱਤੇ ਨੇ, ਕਿਹੜੇ ਕਿਹੜੇ ਪ੍ਰੂਫ ਨੇ, ਭਾਵੇਂ ਕਿ ਉਹ ਇਹ ਗੱਲ ਕਲੀਅਰ ਨਹੀਂ ਕਰ ਸਕੇ। ਲੇਕਿਨ ਹੁਣ ਉਹਨਾਂ ਦੇ ਆਪਣੇ ਹੀ ਸੰਸਦ ਮੈਂਬਰਾਂ ਦੇ ਵੱਲੋਂ ਟਰੂਡੋ ਦੇ ਉੱਪਰ ਤਿੱਖੇ ਨਿਸ਼ਾਨੇ ਲਗਾਏ ਗਏ ਨੇ। ਕਹਿੰਦੇ ਉਹਨਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਆਖਰ ਗੁਰਪਤਵੰਤ ਪੰਨੂ ਜੋ ਕਿ ਉੱਥੇ ਬੈਠਾ ਜਹਿਲ ਉਗਲ ਰਿਹਾ ਹੈ ਹਿੰਦੂਆਂ ਦੇ ਖਿਲਾਫ, ਆਖਰ ਉਸ ਦੇ ਉੱਪਰ ਕਾਰਵਾਈ ਕਿਉਂ ਨਹੀਂ। ਕਿਵੇਂ ਦੇਖ ਰਹੇ ਹੋ ਹੁਣ ਟਰੂਡੋ ਸਰਕਾਰ ਦੀ ਇਸ ਦੁਚਿੱਤੀ ਵਾਲੀ ਸਥਿਤੀ ਨੂੰ, ਕਿਉਂਕਿ ਜਿੱਥੇ ਇੱਕ ਪਾਸੇ ਇੰਡੀਆ ਆਪਣੇ ਸਖਤ ਰੁਖ ਦੇ ਨਾਲ ਕੈਨੇਡਾ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ, ਉੱਥੇ ਹੁਣ ਉਹਨਾਂ ਦੇ ਆਪਣੇ ਹੀ ਸਰਕਾਰ ਦੇ ਉੱਪਰ ਸਵਾਲ ਚੁੱਕ ਰਹੇ ਨੇ। ਕਿਵੇਂ ਦੇਖ ਰਹੇ ਹੋ ਟਰੂਡੋ ਦੀ ਸਥਿਤੀ ਨੂੰ, ਕਿਵੇਂ ਦੇਖ ਰਹੇ ਹੋ ਟਰੂਡੋ ਸਰਕਾਰ ਦੀ ਸਥਿਤੀ ਨੂੰ? ਮਾਨ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਵਿਸ਼ਵ ਪੱਧਰ ਤੇ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਚੱਲ ਰਹੇ ਵਾਦ ਵਿਵਾਦ ਨੂੰ ਵੇਖਦੇ ਰਹੇ ਜੀ ਔਰ ਉਹਦੇ ਸੰਬੰਧੀ ਪ੍ਰਸ਼ਨ ਉਠਾਏ ਨੇ, ਔਰ ਜਿਸ ਤਰੀਕੇ ਦੇ ਨਾਲ ਕੱਲ ਅਮਰੀਕਾ ਦਾ ਇਸ ਵਿੱਚ ਐਂਟਰੀ ਹੁੰਦੀ ਹੈ, ਅਮਰੀਕਾ ਵੱਲੋਂ ਜਿਸ ਤਰੀਕੇ ਨਾਲ ਇਹਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਅਸੀਂ ਕਿਸੇ ਵੀ ਕਿਸਮ ਦੀ ਰਾਇਤ ਜਿਹੜੀ ਆ ਉਹ ਨਹੀਂ ਕਰਾਂਗੇ, ਸਾਫ਼ ਜ਼ਾਹਿਰ ਹੋ ਰਿਹਾ ਕਿ ਕੈਨੇਡਾ ਦੀ ਪਿੱਠ ਤੇ ਹੁਣ ਅਮਰੀਕਾ ਜਿਹੜਾ ਆ ਉਹ ਖਲੋਤਾ ਹੋਇਆ। ਇਸ ਦਾ ਕਾਰਨ ਸ਼ਾਇਦ ਮਾਨ ਸਾਹਿਬ ਇਹ ਆ ਕਿ ਜਿਹੜੀ ਜਾਣਕਾਰੀ ਇਸ ਵੇਲੇ ਕੈਨੇਡਾ ਨੇ ਇਸ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸੰਬੰਧ ਵਿੱਚ ਜੋ ਉਹਨਾਂ ਨੇ ਇਕੱਤਰ ਕੀਤੀ, ਔਰ ਉਸ ਕਤਲ ਤੋਂ ਬਾਅਦ ਜਿਸ ਤਰੀਕੇ ਨਾਲ ਟਰੂਡੋ ਨੇ ਭਾਰਤ ਸਰਕਾਰ ਦੇ ਉੱਤੇ ਇਲਜ਼ਾਮ ਲਾਏ ਨੇ, ਉਹਨਾਂ ਸੰਬੰਧੀ ਪਤਾ ਲੱਗਾ ਕਿ ਇਹ ਸਾਰੀ ਜਾਣਕਾਰੀ ਉਹਨਾਂ ਨੂੰ Y5 ਗਰੁੱਪ ਤੋਂ ਜਿਹੜੀ ਉਹ ਮਿਲਦੀ ਹੈ। Y5 ਜਿਹੜਾ ਗਰੁੱਪ ਹੈਗਾ, ਲਖਵਿੰਦਰ ਜੀ ਮਾਫ ਕਰਨਾ, ਕਿ ਉਹ ਗਰੁੱਪ ਜਿਹੜਾ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਬ੍ਰਿਟੇਨ 5 ਦੇਸ਼ਾਂ ਦਾ ਸਾਂਝਾ ਇੱਕ ਖੁਫੀਆ ਏਜੰਸੀ ਦੇ ਵਜੋਂ ਇਹ ਗਰੁੱਪ ਜਿਹੜਾ ਕੰਮ ਕਰਦਾ ਤੇ ਇਹਨਾਂ 5 ਰਾਸ਼ਟਰਾਂ ਦੇ ਵਿੱਚ ਜਿਹੜੀ ਵੀ ਕੋਈ ਐਕਟੀਵਿਟੀ ਹੁੰਦੀ ਆ ਉਸ ਨੂੰ ਇਹ ਤਫਤੀਸ਼ ਜਿਹੜੀ ਕਰਦਾ। ਤੇ ਟਰੂਡੋ ਤੱਕ ਜਿਹੜੀ ਇਹ ਜਾਣਕਾਰੀ ਭਾਰਤ ਦੇ ਸੰਬੰਧੀ ਜੋ ਕਹਿੰਦਾ, ਟਰੂਡੋ ਜੋ ਕਹਿ ਰਿਹਾ ਨਾ ਤੌਰ ਤੇ ਕਿ ਭਾਰਤ ਦਾ ਇਹਦੇ ਵਿੱਚ ਹੱਥ ਹੈਗਾ, ਉਹ ਕਹਿੰਦੇ ਨੇ ਕਿ Y5 ਨੇ ਗਰੁੱਪ ਨੇ ਜਿਹੜੀ ਆ ਉਹ ਇਹਨਾਂ ਨੂੰ ਦਿੱਤੀ ਹੈਗੀ ਹੈ। ਸੋ ਅਜਿਹੀ ਸਥਿਤੀ ਦੇ ਵਿੱਚ ਜਦੋਂ ਹੁਣ ਉਹ ਗਰੁੱਪ ਜਿਹੜਾ 5 ਦੇਸ਼ਾਂ ਦਾ ਸਾਂਝਾ ਹੈਗਾ, ਜੇਕਰ ਉਹਦੀ ਰਿਪੋਰਟ ਦੇ ਆਧਾਰ ਤੇ ਟਰੂਡੋ ਭਾਰਤ ਉੱਤੇ ਇਲਜ਼ਾਮ ਇਹ ਲਾ ਰਹੇ ਤਾਂ ਫਿਰ ਕੁਦਰਤੀ ਤੌਰ ਤੇ ਅਮਰੀਕਾ ਨੂੰ ਕੈਨੇਡਾ ਦੀ ਪਿੱਠ ਤੇ ਖਲੋਣਾ ਹੀ ਪਏਗਾ, ਜਿਸ ਤਰੀਕੇ ਦੇ ਕੱਲ ਜਿਹੜੇ ਬਿਆਨ ਜਿਹੜੇ ਆ ਉਹ ਸਾਹਮਣੇ ਆਏ। ਹੁਣ ਉਸ ਤੋਂ ਬਾਅਦ ਅਗਲੀ ਸਥਿਤੀ ਜਿਹੜੀ ਹੋਰ ਜਿਹੜੀ ਅਸੀਂ ਕਹਿ ਸਕਦੇ ਕਿ ਟਰੂਡੋ ਵਾਸਤੇ ਜਿਹੜੀ ਖਤਰਨਾਕ ਉਸਦੇ ਆਪਣੇ ਹੀ ਦੇਸ਼ ਵਿੱਚ ਹੋ ਗਈ ਆ, ਉਹ ਇਹ ਆ ਕਿ ਉਸਦੀ ਆਪਣੀ ਹੀ ਪਾਰਟੀ ਦੇ 2 ਸੰਸਦ ਮੈਂਬਰਾਂ ਨੇ ਉਹਨਾਂ ਦੇ ਉੱਤੇ ਜਿਹੜੇ ਗੰਭੀਰ ਇਲਜ਼ਾਮ ਲਾਏ ਨੇ। ਟਰੂਡੋ ਸਰਕਾਰ ਦੇ ਉੱਤੇ ਤੇ ਬੜੇ ਅਹਿਮ ਜਿਹੜੇ ਪ੍ਰਸ਼ਨ ਪੁੱਛੇ ਨੇ, ਖਾਸ ਤੌਰ ਤੇ ਜਿਹੜਾ ਖਾਲਿਸਤਾਨੀ ਪ੍ਰਚਾਰ ਕਰਨ ਵਾਲਾ ਗੁਰਪਤਵੰਤ ਸਿੰਘ ਪੰਨੂ ਦੇ ਸੰਬੰਧ ਵਿੱਚ ਜਿਸ ਤਰੀਕੇ ਨਾਲ ਉਹ ਹਿੰਦੂਆਂ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ, ਉਹਨਾਂ ਨੂੰ ਲੈ ਕੇ ਜਿਹੜੇ 2 ਸੰਸਦ ਮੈਂਬਰ ਨੇ ਟਰੂਡੋ ਦੀ ਪਾਰਟੀ ਦੇ, ਉਹਨਾਂ ਨੇ ਉਹਨਾਂ ਉੱਤੇ ਜਿਹੜੇ ਪ੍ਰਸ਼ਨ ਜਿਹੜੇ ਉਹ ਪੁੱਛੇ ਨੇ। ਇਹ ਪਹਿਲਾ ਪ੍ਰਸ਼ਨ ਤਾਂ ਇਹ ਆ
ਜੋ ਉਹਨਾਂ ਵੱਲੋਂ ਪੁੱਛਿਆ ਗਿਆ ਕਿ ਅਜੇ ਤੱਕ ਇਹ ਦੱਸੋ ਕਿ ਜੋ ਪੰਨੂ ਇੰਨੀ ਜੋ ਕੁਝ ਬਿਆਨਬਾਜ਼ੀ ਇੱਕ ਫਿਰਕੇ ਦੇ ਖਿਲਾਫ ਕਰ ਰਿਹਾ, ਅਜੇ ਤੱਕ ਉਸ ਦੇ ਖਿਲਾਫ ਕੈਨੇਡਾ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ। ਦੂਜਾ, ਉਹ ਕਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਇਹੋ ਜਿਹਾ ਬਿਆਨਬਾਜ਼ੀ ਕਰ ਰਿਹਾ। ਕਹਿੰਦੇ ਨੇ ਫਿਰ ਸੰਸਦ ਦੇ ਵਿੱਚ ਉੱਥੋਂ ਦੇ ਜਿਹੜੇ ਸਿੱਖ ਜਿਹੜੇ ਰੱਖਿਆ ਮੰਤਰੀ ਨੇ ਸੱਜਣ ਸਿੰਘ, ਜੇਕਰ ਮੈਂ ਨਾ ਗਲਤ ਨਾ ਹੋਵਾਂ, ਸੱਜਣ ਸਿੰਘ ਜਿਹੜੇ ਨੇ ਉਹ ਅੱਗੇ ਆਏ ਨੇ ਤੇ ਉਹਨਾਂ ਨੇ ਜਸਟਿਨ ਟਰੂਡੋ ਦਾ ਜਿਹੜਾ ਬਚਾਓ ਕੀਤਾ ਤੇ ਨਾਲ ਹੀ ਇਹ ਬਿਆਨ ਦਿੱਤਾ ਕਿ ਕੈਨੇਡਾ ਦੇ ਵਿੱਚ ਕਿਸੇ ਵੀ ਵਰਗ ਨੂੰ ਕੋਈ ਵੀ ਖਤਰਾ ਜਿਹੜਾ ਨਹੀਂ ਹੈਗਾ, ਸਭ ਸੁਰੱਖਿਅਤ ਨੇ। ਹੁਣ ਅਜਿਹੀ ਸਥਿਤੀ ਜਦੋਂ ਆਪਣੇ ਹੀ ਦੇਸ਼ ਦੇ ਸੰਸਦ ਮੈਂਬਰ, ਆਪਣੇ ਹੀ ਪ੍ਰਧਾਨ ਮੰਤਰੀ ਤੇ ਸਵਾਲ ਉੱਠਣ ਤਾਂ ਫਿਰ ਕੁਦਰਤੀ ਤੌਰ ਤੇ ਟਰੂਡੋ ਦੀ ਜਿਹੜੀ ਸਥਿਤੀ ਹੈ, ਪ੍ਰਧਾਨ ਮੰਤਰੀ ਦੀ ਜਿਹੜੀ ਸਥਿਤੀ ਆ, ਉਹ ਜ਼ਰੂਰ ਜਿਹੜੀ ਆ ਕਮਜ਼ੋਰ ਜਿਹੜੀ ਪੈਂਦੀ ਦਿਖਾਈ ਦਿੰਦੀ ਹੈਗੀ ਹੈ। ਹੁਣ ਦੂਜੇ ਪਾਸੇ ਜਿਹੜਾ ਸਭ ਤੋਂ ਵੱਡਾ ਅਹਿਮ ਪ੍ਰਸ਼ਨ ਇਹ ਆ ਕਿ ਜੇ ਇੱਕ ਪਾਸੇ ਤਾਂ ਭਾਰਤ ਜਿਹੜਾ ਸਖਤ ਰੁਖ ਜਿਹੜਾ ਅਪਣਾਇਆ ਹੋਇਆ ਭਾਰਤ ਨੇ ਇਸ ਸੰਬੰਧ ਦੇ ਵਿੱਚ, ਭਾਰਤ ਕਿਸੇ ਵੀ ਇਸ ਮੁੱਦੇ ਤੇ ਕੋਈ ਵੀ ਸਮਝੌਤਾ ਕਰਨ ਨੂੰ ਤਿਆਰ ਜਿਹੜਾ ਨਹੀਂ ਹੈਗਾ। ਕੱਲ ਵੀ ਅਸੀਂ ਗੱਲ ਕੀਤੀ ਕਿ ਇੱਕ ਪਾਸੇ ਤਾਂ ਕੈਨੇਡਾ ਨਾਲ ਉਹਨਾਂ ਨੇ ਸਖਤ ਐਕਸ਼ਨ ਲੈਂਦੇ ਆ, ਭਾਰਤ ਨੇ ਆਪਣੇ ਜਿਹੜੇ ਰਿਸ਼ਤੇ ਨੇ, ਕੂਟਨੀਤਿਕ ਰਿਸ਼ਤੇ, ਉਹ ਤੋੜ ਜਿਹੜੇ ਆ ਉਹ ਲਏ ਆ। ਜਿਸ ਤਰ੍ਹਾਂ ਸੀਗੇ ਡਿਪਲੋਮੈਟ ਨੂੰ ਭੇਜਤਾ, ਵੀਜ਼ਾ ਜਿਹੜੇ ਬੰਦ ਕਰਤੇ ਆ। ਉਹਦੇ ਨਾਲ ਹੀ ਨਾਲ ਉਹਨਾਂ ਨੇ ਅਮਰੀਕਾ ਦੇ ਵਿੱਚ ਸਾਨ ਫਰਾਂਸਿਸਕੋ ਦੇ ਵਿੱਚ ਜਿੱਥੇ ਭਾਰਤੀ ਵਣਜ ਜਿਹੜਾ ਦਫ਼ਤਰ ਸੀ, ਉਹਦੇ ਉੱਤੇ ਜਿਹੜਾ ਕੁਝ ਇੰਤਹਾਪਸੰਦ ਲੋਕਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ, ਉਹਨਾਂ 11 ਲੋਕਾਂ ਦੀਆਂ ਫੋਟੋਆਂ ਵੀ ਜਿਹੜੀਆਂ ਨੇ ਉਹ ਪੇਸ਼ ਜਿਹੜੀਆਂ ਉਹ ਕਰ ਦਿੱਤੀਆਂ ਨੇ NIA ਵੱਲੋਂ। ਹੁਣ ਇੱਕ ਤਾਜ਼ਾ ਘਟਨਾ ਜਿਹੜੀ ਆ, ਚੀਨ ਦੇ ਖਿਲਾਫ ਵੀ ਭਾਰਤ ਨੇ ਸਖਤ ਰੁਖ ਅਪਣਾਇਆ ਕਿ ਜਦੋਂ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੇ 2 ਖਿਡਾਰੀਆਂ ਨੂੰ ਚੀਨ ਸਰਕਾਰ ਨੇ ਖੇਡਾਂ ਵਿੱਚ ਸ਼ਾਮਲ ਹੋਣ ਦਾ ਜਿਹੜਾ ਸੱਦਾ ਪੱਤਰ ਨਹੀਂ ਦਿੱਤਾ ਤਾਂ ਉਸ ਦਾ ਵੀ ਸਖਤ ਰੁਖ ਅਪਣਾਉਂਦਿਆਂ ਹੋਇਆ ਅਨੁਰਾਗ ਵਰਮਾ ਨੇ ਜਿਹੜੀ ਚਾਈਨਾ ਦੀ ਫੇਰੀ ਆ ਉਸ ਨੂੰ ਜਿਹੜਾ ਉਹ ਰੱਦ ਕਰ ਦਿੱਤਾ। ਇਸ ਦਾ ਭਾਵ ਇਹ ਮੈਂ ਗੱਲ ਤਾਂ ਕਹਿ ਰਿਹਾ ਕਿ ਆਲਮੀ ਜਗਤ ਨੂੰ ਭਾਰਤ ਇਸ ਵੇਲੇ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਕੋਈ ਵੀ ਦੇਸ਼ ਕਿੱਡਾ ਵੀ ਤਾਕਤਵਰ ਨਾ ਹੋਵੇ, ਜਿਹੜਾ ਭਾਰਤ ਦੀ ਏਕਤਾ, ਭਾਰਤ ਦੀ ਸੁਰੱਖਿਆ, ਭਾਰਤ ਦੀ ਪ੍ਰਭੂ ਸੱਤਾ ਦੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਅਟੈਕ ਕਰੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹ ਭਾਵੇਂ ਦੇਸ਼ ਕਿੱਡਾ ਵੀ ਮਜ਼ਬੂਤ, ਕਿੱਡਾ ਵੀ ਤਾਕਤਵਰ ਕਿਉਂ ਨਾ ਹੋਵੇ। ਆ ਬੀਤੇ 2 ਦਿਨਾਂ ਦੀਆਂ ਘਟਨਾਵਾਂ ਜਿਹੜੀਆਂ ਭਾਰਤ ਦੇ ਸੰਬੰਧ ਵਿੱਚ ਇਹੋ ਹੀ ਦਰਸਾਉਂਦੀਆਂ ਨੇ। ਹੁਣ ਇੱਕ ਪਾਸੇ ਭਾਰਤ ਦਾ ਸਖਤ ਰੁਖ, ਦੂਜੇ ਪਾਸੇ ਜਸਟਿਨ ਟਰੂਡੋ ਦੀ ਪਾਰਟੀ ਦੇ ਆਪਣੇ ਹੀ 2 ਸੰਸਦ ਮੈਂਬਰਾਂ ਵੱਲੋਂ ਉਹਨਾਂ ਨੂੰ ਇਸ ਹਿੰਦੂਆਂ ਦੇ ਮੁੱਦੇ ਦੇ ਉੱਤੇ ਘੇਰਨਾ ਤੇ ਫਿਰ ਸੱਜਣ ਸਿੰਘ ਦਾ ਆਣ ਕੇ ਇਹ ਬਿਆਨ ਦੇਣਾ ਕਿ ਨਹੀਂ, ਕੈਨੇਡਾ ਵਿੱਚ ਸਭ ਸੁਰੱਖਿਅਤ ਨਹੀਂ, ਕਿਸੇ ਵੀ ਨੂੰ ਵੀ ਖੌਫ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਤੋਂ ਸਾਫ਼ ਭਾਵ ਇਹ ਬਣਦਾ ਕਿ ਇਸ ਵੇਲੇ ਟਰੂਡੋ ਸਰਕਾਰ ਜਿਹੜੀ ਆ, ਜਾਂ ਟਰੂਡੋ ਦੀ ਕੈਬਨਿਟ, ਜਾਂ ਟਰੂਡੋ ਖੁਦ ਜਿਹੜੇ ਨੇ ਇਸ ਵੇਲੇ ਜਿੱਥੇ ਦਬਾਅ ਦਾ ਸ਼ਿਕਾਰ ਹੋ ਰਹੇ, ਜਿਸ ਤਰੀਕੇ ਨਾਲ ਭਾਰਤ ਨੇ ਆਪਣਾ ਦਬਾਅ ਬਣਾਇਆ, ਔਰ ਦੂਜੇ ਪਾਸੇ ਉਹੋ ਜਿਹਾ ਦਬਾਅ ਉਸਦੇ ਆਪਣੇ ਦੇਸ਼ ਦੇ ਅੰਦਰ ਵੀ ਪੈਦਾ ਹੋਣਾ ਸ਼ੁਰੂ ਹੋ ਗਿਆ ਆ। ਪਰ ਇਹਦੇ ਨਾਲ ਇੱਕ ਗੱਲ ਜਿਹੜੀ ਆ ਮਾਨ ਸਾਹਿਬ ਸਪਸ਼ਟ ਕਰਨੀ ਉਹ ਜ਼ਰੂਰੀ ਆ ਕਿ ਅਜੇ ਇਹ ਲੜਾਈ ਜਿਹੜੀ ਹੈ ਇਹ ਲੰਮੀ ਚੱਲਦੀ ਪ੍ਰਤੀਤ ਹੁੰਦੀ ਹੈ। ਇਹ ਲੜਾਈ ਏਡੀ ਜਲਦੀ ਮੁੱਕੇਗੀ ਨਹੀਂ, ਕਿਉਂਕਿ ਜਿਸ ਤਰੀਕੇ ਨਾਲ ਅਮਰੀਕਾ ਦਾ ਬਿਆਨ ਹੁੰਦਾ ਔਰ ਜਿਸ ਤਰੀਕੇ ਨਾਲ ਜਿਹੜੇ ਨੇ ਟਰੂਡੋ ਦੇ ਵੀ ਆਪਣੇ ਬਿਆਨਾਂ ਤੇ ਉਸੇ ਤਰੀਕੇ ਨਾਲ, ਜਿਸ ਤਰ੍ਹਾਂ ਉਹਨੇ ਕੱਲ ਵੀ ਕਿਹਾ ਕਿ ਪਾਸੋਂ ਵੀ ਕਿਹਾ ਕਿ ਮੈਂ ਆਪਣੇ ਬਿਆਨਾਂ ਤੇ ਉਸੇ ਤਰੀਕੇ ਨਾਲ ਖੜਾ ਹੈਗਾ ਜੋ ਮੈਂ ਬਿਆਨ ਪਹਿਲਾਂ ਦਿੱਤੇ ਨੇ, ਤਾਂ ਭਾਵ ਇਹ ਲੜਾਈ ਅਜੇ ਏਡੀ ਜਲਦੀ ਸਮਾਪਤ ਹੋਣ ਵਾਲੀ ਹੈ ਨਹੀਂ। ਇਹ ਲੜਾਈ ਲੰਮੀ ਚੱਲੇਗੀ। ਅੱਜ ਜਿਹੜੇ ਆਪਣੇ ਭਾਰਤ ਦੇ ਵਿਦੇਸ਼ ਮੰਤਰੀ ਨੇ ਉਹ ਵੀ ਨਿਊਯਾਰਕ ਦੇ ਦੌਰੇ ਤੇ ਜਾ ਰਹੇ ਆ। ਹੁਣ ਉੱਥੇ ਵੇਖਣਾ ਹੋਵੇਗਾ ਕਿ ਉੱਥੇ ਜਿਹੜੇ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਜਾਂ ਸਾਡੇ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿ ਇਹਨਾਂ ਦੀ ਕੋਈ ਸਿੱਖ ਸੰਮੇਲਨ ਜਾਂ ਸਿੱਖ ਵਾਰਤਾ ਹੁੰਦੀ ਆ ਜਾਂ ਪ੍ਰਧਾਨ ਮੰਤਰੀ ਦਾ ਕੋਈ ਮੈਸੇਜ ਹੁੰਦਾ, ਇਹਦੇ ਉੱਤੇ ਵੀ ਨਜ਼ਰਾਂ ਜਿਹੜੀਆਂ ਮਾਨ ਸਾਹਿਬ ਉਹ ਟਿਕੇ ਰਹਿਣਗੀਆਂ। ਪਰ ਹਾਂ, ਇਹ ਗੱਲ ਹੁਣ ਜ਼ਰੂਰ ਕਹਿਣੀ ਬਣਦੀ ਕਿ ਇਸ ਵੇਲੇ ਜਸਟਿਨ ਟਰੂਡੋ ਭਾਰੀ ਦਬਾਅ ਦੇ ਵਿੱਚ ਨੇ। ਇੱਕ ਵੱਲੋਂ ਭਾਰਤ ਵੱਲੋਂ ਪਾਇਆ ਜਾ ਰਿਹਾ ਦਬਾਅ, ਤੇ ਦੂਜਾ ਉਹਨਾਂ ਦੇ ਦੇਸ਼ ਅੰਦਰ ਹੀ 2 ਉਹਨਾਂ ਦੇ ਸੰਸਦ ਮੈਂਬਰਾਂ ਵੱਲੋਂ ਉਹਨਾਂ ਨੂੰ ਇਸ ਮੁੱਦੇ ਤੇ ਘੇਰਨਾ, ਖਾਸ ਤੌਰ ਤੇ ਗੁਰਪਤਵੰਤ ਸਿੰਘ ਪੰਨੂ ਦੇ ਮੁੱਦੇ ਤੇ ਘੇਰਨਾ ਕਿ ਉਹ ਕਿਸ ਤਰੀਕੇ ਨਾਲ ਕੈਨੇਡਾ ਦੀ ਧਰਤੀ ਨੂੰ ਇਸਤੇਮਾਲ ਕਰਦਾ, ਇਸ ਦਾ ਜਵਾਬ ਜਦੋਂ ਮੰਗ ਰਹੇ ਨੇ। ਤਾਂ ਕੁਦਰਤੀ ਤੌਰ ਤੇ ਆਉਂਦਿਆਂ ਦਿਨਾਂ ਦੇ ਵਿੱਚ ਜਸਟਿਨ ਟਰੂਡੋ ਦੀ ਸਥਿਤੀ ਇਸ ਮੁੱਦੇ ਨੂੰ ਲੈ ਕੇ ਜਿਹੜੀ ਅਸੀਂ ਕਹਿ ਸਕਦੇ ਹਾਂ ਗੰਭੀਰ ਜਿਹੜੀ ਆ ਉਹ ਬਣ ਸਕਦੀ ਹੈ। ਬਿਲਕੁਲ ਜੀ, ਬਿਲਕੁਲ, ਕਿਉਂਕਿ ਜਿਹੜੇ ਸਵਾਲ ਇੰਡੀਆ ਪਹਿਲਾਂ ਜਸਟਿਨ ਟਰੂਡੋ ਤੋਂ ਪੁੱਛ ਰਹੇ ਸੀ, ਉਹੀ ਸਵਾਲ ਹੁਣ ਉੱਥੇ ਦੇ ਸੰਸਦ ਮੈਂਬਰਾਂ ਦੇ ਵੱਲੋਂ, ਖਾਸ ਤੌਰ ਤੇ ਮੈਂਬਰ ਵੀ ਜਿਹੜੇ ਟਰੂਡੋ ਦੀ ਪਾਰਟੀ ਨਾਲ ਸੰਬੰਧਿਤ ਨੇ, ਉਹਨਾਂ ਵੱਲੋਂ ਕੀਤੇ ਜਾਣੇ। ਤਾਂ ਜਿੱਥੇ ਭਾਰਤ ਹੁਣ ਅੱਗੇ ਵੱਧਦਾ ਨਜ਼ਰ ਆ ਰਿਹਾ ਇਸ ਮਾਮਲੇ ਦੇ ਉੱਪਰ, ਭਾਰੀ ਪੈਂਦਾ ਨਜ਼ਰ ਆ ਰਿਹਾ, ਤੇ ਜਸਟਿਨ ਟਰੂਡੋ ਦੀ ਸਰਕਾਰ ਬੈਕਫੁੱਟ ਦੇ ਉੱਪਰ ਹੈ। ਕਿ ਜਸਟਿਨ ਟਰੂਡੋ ਹੁਣ ਇਹਨਾਂ ਸਵਾਲਾਂ ਦੇ ਜਵਾਬ ਦੇ ਪਾਉਣਗੇ ਜਾਂ ਨਹੀਂ, ਇਹ ਹੁਣ ਵੇਖਣ ਵਾਲੀ ਸਥਿਤੀ ਤੇ ਨਜ਼ਰ ਬਣਾਉਣੀ ਸਥਿਤੀ ਜ਼ਰੂਰ ਬਣ ਚੁੱਕੀ ਹੈ। ਤੇ ਉਧਰ ਗੱਲ ਕਰੀਏ ਹੁਣ ਆਪਾਂ ਪੰਜਾਬ ਦੀ,
ਕਿਉਂਕਿ ਭਗਵੰਤ ਮਾਨ ਜੀ ਦੇ ਵੱਲੋਂ, ਮੁੱਖ ਮੰਤਰੀ ਪੰਜਾਬ ਦੇ ਵੱਲੋਂ ਗਵਰਨਰ ਸਾਹਿਬ ਨੂੰ ਇੱਕ ਚਿੱਠੀ ਲਿਖੀ ਗਈ ਸੀ ਆਰਡੀਐਫ ਦੇ ਮਾਮਲੇ ਵਿੱਚ ਦਾਖਲ ਦੇਣ ਦੇ ਲਈ ਵੀ ਉਹ ਉਪ ਰਾਸ਼ਟਰਪਤੀ ਕੋਲ ਅਤੇ ਗ੍ਰਹਿ ਮੰਤਰੀ ਕੋਲੇ, ਪ੍ਰਧਾਨ ਮੰਤਰੀ ਕੋਲੇ ਇਸ ਗੱਲ ਨੂੰ ਉਠਾਉਣ ਤੇ ਜੋ ਸਾਡਾ ਬਕਾਇਆ, ਸਾਡਾ ਆਰਡੀਐਫ ਰੁਕਿਆ ਹੋਇਆ ਹੈ ਉਹ ਵਾਪਸ ਪੰਜਾਬ ਨੂੰ ਮਿਲੇ। ਲੇਕਿਨ ਇਸ ਮਾਮਲੇ ਦੇ ਉੱਪਰ ਹੁਣ ਐਂਟਰੀ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਵੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਕਿ ਗਵਰਨਰ ਸਾਹਿਬ ਉਹਨਾਂ ਨੂੰ ਸਵਾਲ ਜਵਾਬ ਪੁੱਛਦੇ ਨੇ, ਜਵਾਬੀ ਚਿੱਠੀ ਦਿੰਦੇ ਨੇ, ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਸਵਾਲ ਪੁੱਛ ਲਿਆ ਗਿਆ ਵੀ ਭਾਈ ਜਦੋਂ ਨੀਤੀ ਆਯੋਗ ਦੀ ਆਰਡੀਐਫ ਦੇ ਉੱਪਰ ਨੀਤੀ ਆਯੋਗ ਦੇ ਗਵਰਨਰ ਕੌਂਸਲ ਦੀ ਮੀਟਿੰਗ ਸੀ ਤਾਂ ਤੁਸੀਂ ਉਦੋਂ ਕਿੱਥੇ ਸੀ? ਤੁਸੀਂ ਮੀਟਿੰਗ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ? ਤੁਸੀਂ ਚੋਣ ਪ੍ਰਚਾਰਾਂ ਦੇ ਵਿੱਚ ਰੁੱਝੇ ਹੋਏ ਸੀ ਤੇ ਹੁਣ ਦੁਹਾਈ ਤੁਸੀਂ ਆਰਡੀਐਫ ਦੀ ਪਾ ਰਹੇ ਹੋ। ਤਿੱਖੀ ਆਲੋਚਨਾ ਇਹਨਾਂ ਸ਼ਬਦਾਂ ਦੇ ਨਾਲ ਐਲਓਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੀਤੀ ਗਈ ਹੈ। ਕਿਵੇਂ ਦੇਖ ਰਹੇ ਹੋ ਪ੍ਰਤਾਪ ਸਿੰਘ ਬਾਜਵਾ ਦੇ ਇਸ ਵਾਰ ਦੀ, ਤੇ ਕਿਵੇਂ ਦੇਖ ਰਹੇ ਹੋ ਉਸ ਚਿੱਠੀ ਦੀ ਜਿਸ ਦਾ ਜਵਾਬ ਗਵਰਨਰ ਵੱਲੋਂ ਵੀ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਮੁੱਖ ਮੰਤਰੀ ਨੂੰ ਦੇ ਦਿੱਤਾ ਗਿਆ ਹੈ? ਨਾਰ ਸਾਹਿਬ, ਜਿਸ ਦਿਨ ਮਾਨ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਮਾਨ ਵੱਲੋਂ ਜਿਹੜਾ ਗਵਰਨਰ ਸਾਹਿਬ ਦੀਆਂ ਸਭ ਚਿੱਠੀਆਂ ਦਾ ਜਵਾਬ ਦੇ ਦਿੱਤਾ ਗਿਆ ਸੀ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਹੁਣ ਦੋਵਾਂ ਨੇਤਾਵਾਂ ਦੇ ਵਿਚਕਾਰ ਜਿਹੜੇ ਮਾਹੌਲ ਆ ਉਹ ਜਾਂ ਰਿਸ਼ਤੇ ਜਿਹੜੇ ਨੇ ਸਦਭਾਵਨਾ ਭਰਪੂਰ ਹੋ ਜਾਣਗੇ, ਜਾਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜੀ ਗਵਰਨਰ ਔਰ ਮੁੱਖ ਮੰਤਰੀ ਦੇ ਵਿਚਕਾਰ ਜਿਹੜੀ ਸੀਤ ਜੰਗ ਜਾਰੀ ਆ ਬੀਤੇ ਲੰਮੇ ਸਮੇਂ ਤੋਂ ਉਹ ਹੁਣ ਖਤਮ ਹੋ ਗਈ। ਪਰ ਸ਼ਾਇਦ ਭਗਵੰਤ ਮਾਨ ਹੁਣੀ ਆਪਣੀ ਆਦਤ ਤੋਂ ਮਜਬੂਰ ਨੇ। ਚਿੱਠੀਆਂ ਦਾ ਜਵਾਬ ਦੇ ਕੇ ਉਹਨਾਂ ਨੇ ਬਨਵਾਰੀ ਲਾਲ ਪੁਰੋਹਿਤ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੂੰ ਆਰਡੀਐਫ ਦੇ ਮੁੱਦੇ ਤੇ ਦਖਲ ਦੇਣ ਤੇ ਆਰਡੀਐਫ ਦਬਾਉਣ ਦੇ ਮਸਲੇ ਦੇ ਵਿੱਚ ਉਹਨਾਂ ਨੇ ਜਿਹੜੀ ਚਿੱਠੀ ਜਿਹੜੀ ਲਿਖੀ। ਇਹੋ ਜਿਹਾ ਜ਼ਿਕਰ ਉਹਨਾਂ ਨੇ ਕੁਝ ਸਮਾਂ ਪਹਿਲਾਂ ਵੀ ਕੀਤਾ ਸੀ ਜਦੋਂ ਉਹਨਾਂ ਦੀ ਆਪਸੀ ਵਾਦ ਵਿਵਾਦ ਬੋਲਾਂ ਦੇ ਵਿੱਚ ਸੀ, ਇੱਕ ਦੂਜੇ ਨੂੰ ਗਵਰਨਰ ਸਾਹਿਬ ਤੇ ਮਾਨ ਸਾਹਿਬ ਮਿਹਣੋ ਮਿਹਣੀ ਦਿੰਦੇ ਸਨ, ਤਾਂ ਉਦੋਂ ਵੀ ਭਗਵੰਤ ਮਾਨ ਹੋਣਾ ਨੇ ਇਹ ਮੁੱਦਾ ਉਠਾਇਆ ਸੀ ਕਿ ਗਵਰਨਰ ਸਾਹਿਬ ਸਾਡੇ ਕੋਲ ਜਾਣਕਾਰੀ ਤਾਂ ਮੰਗਦੇ ਨੇ ਨਸ਼ੇ ਦੇ ਸੰਬੰਧੀ ਜਾਂ ਹੋਰ ਪੰਜਾਬ ਦੇ ਜਿਹੜੇ ਕੀਤੇ ਕੰਮ ਨੇ, ਇਹ ਸਾਨੂੰ ਆਰਡੀਐਫ ਦੀ ਜਿਹੜੀ ਰਾਸ਼ੀ ਜਿਹੜਾ ਬਕਾਇਆ ਆ ਉਹ ਦਿਵਾਉਣ। ਤੇ ਇੱਥੋਂ ਤੱਕ ਭਗਵੰਤ ਮਾਨ ਹੋਣਾ ਨੇ ਇਹ ਵੀ ਗੱਲ ਕਹੀ ਸੀ ਕਿ ਬਨਵਾਰੀ ਲਾਲ ਪੁਰੋਹਿਤ ਕੀ ਪੰਜਾਬ ਦੇ ਮਸਲਿਆਂ ਦੇ ਵਿੱਚ ਪੰਜਾਬ ਸਰਕਾਰ ਦਾ ਕਦੀ ਖਲੋਤੇ ਨੇ? ਮੈਨੂੰ ਯਾਦ ਇਹ ਚੰਗੀ ਤਰ੍ਹਾਂ ਇਹ ਪ੍ਰਸ਼ਨ ਉਹਨਾਂ ਨੇ ਗਵਰਨਰ ਸਾਹਿਬ ਨੂੰ ਕੀਤਾ ਸੀ। ਤਾਂ ਖੈਰ ਉਹਨਾਂ ਨੂੰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹਨਾਂ ਨੂੰ ਚਿੱਠੀਆਂ ਦਾ ਜਵਾਬ ਦੇਣਾ ਉਹਨਾਂ ਦੀ ਸਿਆਸੀ ਮਜਬੂਰੀ ਸੀ ਤਾਂ ਉਹਨਾਂ ਨੇ ਅਗਲੇ ਦਿਨ ਚਿੱਠੀ ਜਾਂ 2 ਦਿਨਾਂ ਬਾਅਦ ਜਾਂ 3 ਦਿਨਾਂ ਬਾਅਦ ਚਿੱਠੀ ਲਿਖ ਕੇ ਗਵਰਨਰ ਸਾਹਿਬ ਨੂੰ ਘੇਰਨ ਦਾ ਜਿਹੜਾ ਯਤਨ ਕੀਤਾ। ਗਵਰਨਰ ਸਾਹਿਬ ਨੂੰ ਇਹ ਕਿਹਾ ਕਿ ਜਿਹੜਾ ਆਰਡੀਐਫ ਦਾ ਬੀਤੇ ਸਮੇਂ ਦਾ ਬਕਾਇਆ ਜਿਹੜਾ ਕੇਂਦਰ ਸਰਕਾਰ ਨੱਪ ਕੇ ਬੈਠੀ ਆ ਉਹ ਸਾਨੂੰ ਦਿਵਾਇਆ ਜਾਵੇ ਤਾਂ ਜੋ ਅਸੀਂ ਪੰਜਾਬ ਦੇ ਵਿੱਚ ਜਿਹੜੇ ਵਿਕਾਸਮਈ ਕੰਮ ਨੇ ਉਹਨਾਂ ਨੂੰ ਸ਼ੁਰੂ ਕਰੀ ਜਾਂ ਉਹਨਾਂ ਨੂੰ ਕੰਪਲੀਟ ਕਰੀ। ਅੱਗੋਂ ਹੁਣ ਗਵਰਨਰ ਸਾਹਿਬ ਨੇ ਵੀ ਉਹਨਾਂ ਦੀ ਬਾਲ ਦਾ ਜਿਹੜਾ ਬੜਾ ਥੋਕ ਕੇ ਜਿਹੜਾ ਜਵਾਬ ਦਿੱਤਾ। ਉਹਨਾਂ ਨੇ ਗਵਰਨਰ ਸਾਹਿਬ ਨੇ ਇਹ ਚਿੱਠੀ ਦੇ ਜਵਾਬ ਵਿੱਚ, ਜੋ ਮਾਨ ਸਾਹਿਬ ਦੀ ਚਿੱਠੀ ਸੀ, ਉਹ ਚਿੱਠੀ ਦੇ ਜਵਾਬ ਵਿੱਚ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਤੁਸੀਂ ਇਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਗਏ ਜੇ, ਜਦੋਂ ਮਾਮਲਾ ਮੈਟਰ ਜਾਂ ਸਬ ਜੂਡੀਅਸ ਹੋਵੇ ਤਾਂ ਫਿਰ ਉੱਥੇ ਕਿਸੇ ਦੀ ਵੀ ਦਖਲ ਅੰਦਾਜ਼ੀ ਜਿਹੜੀ ਕਰਨੀ ਉਹ ਬਣਦੀ ਨਹੀਂ ਆ। ਹੁਣ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੋ। ਗਵਰਨਰ ਸਾਹਿਬ ਨੇ ਬੜੇ ਨਫੇ ਤੁਲੇ ਸ਼ਬਦਾਂ ਜਵਾਬ ਦੇ ਦਿੱਤਾ, ਪਰ ਗਵਰਨਰ ਸਾਹਿਬ ਨੇ ਅਗਲਾ ਜਿਹੜਾ ਸਟ੍ਰੋਕ ਮਾਰਿਆ ਉਹਦੇ ਨਾਲ ਭਗਵੰਤ ਮਾਨ ਦੀ ਸਰਕਾਰ ਫੇਸ ਫਸ ਗਈ। ਉਹ ਕਹਿੰਦੇ ਕਿ ਠੀਕ ਆ, ਇੱਕ ਤਾਂ ਮਸਲਾ ਤੁਹਾਡਾ ਕੋਰਟ 'ਚ ਆ ਤੇ ਬਾਕੀ ਜਿਹੜਾ ਸੈਂਟਰ ਕੋਲ ਕੇਂਦਰ ਪਾਸੋਂ ਤੁਸੀਂ 50,000 ਕਰੋੜ ਦਾ ਜਿਹੜਾ ਕਰਜ਼ਾ ਲਿਆ ਆ, ਘੱਟੋ ਘੱਟ ਉਹਦੇ ਸੰਬੰਧੀ ਮੈਨੂੰ ਤਫਤੀਸ਼ ਦਿਓ ਕਿ ਉਹ ਕਿੱਥੇ ਕਿੱਥੇ ਖਰਚੇ ਆ, ਤਾਂ ਜੋ ਫਿਰ ਉਹਦੀ ਰੋਸ਼ਨੀ 'ਚ ਮੈਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਤੁਹਾਨੂੰ ਜਿਹੜਾ ਬਕਾਇਆ ਉਹ ਦਵਾ ਸਕਾਂ। ਤੇ ਮਾਨ ਸਾਹਿਬ ਜਿਹੜਾ ਆਰਡੀਐਫ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਨਹੀਂ ਗਿਆ, ਉਹਦੇ ਸੰਬੰਧ ਵਿੱਚ ਵੀ ਕੇਂਦਰ ਸਰਕਾਰ ਇਹੋ ਹੀ ਮੰਗ ਕਰਦੀ ਰਹੀ ਆ ਰਾਜ ਸਰਕਾਰ ਪਾਸੋਂ ਕਿ ਜਿਹੜਾ ਪਹਿਲਾ ਆਰਡੀਐਫ ਆਇਆ, ਰੂਰਲ ਡਿਵੈਲਪਮੈਂਟ ਫੰਡ ਆਇਆ, ਉਹ ਕਿੱਥੇ ਕਿੱਥੇ ਖਰਚਿਆ ਉਹਦੀ ਡਿਟੇਲ ਦਿਓ, ਫਿਰ ਅਸੀਂ ਤੁਹਾਨੂੰ ਅਗਲੇ ਫੰਡ ਜਿਹੜੇ ਜਾਰੀ ਕਰਾਂਗੇ। ਉਹ ਤਾਂ ਚਲੋ ਅਜੇ ਮਸਲਾ ਖਟਾਈ ਸੀ ਸੁਪਰੀਮ ਕੋਰਟ ਤੇ ਆਹ ਜਿਹੜਾ ਹੁਣ ਵਾਦ-ਵਿਵਾਦ ਗਵਰਨਰ ਸਾਹਿਬ ਨੇ ਦੁਬਾਰਾ ਇੱਕ ਨਵਾਂ ਪ੍ਰਸ਼ਨ ਪੁੱਛ ਲਿਆ, ਇਹਦੇ ਨਾਲ ਮਾਨ ਸਰਕਾਰ ਜਿਹੜੀ ਕਸੂਤੀ ਸਥਿਤੀ 'ਚ ਫਸ ਗਈ ਹੈ। ਕਿਉਂਕਿ ਮਹਾ ਮਸਲਾ ਠੰਡਾ ਹੋਇਆ ਸੀ, ਉਹਨਾਂ ਨੇ ਹੁਣ ਇੰਨੀ ਗੱਲ ਕਹਿਤੀ ਕਿ ਹਾਂ ਭਾਈ ਜਿਹੜਾ ਕੇਂਦਰ ਕੋਲ ਜਿਹੜਾ ਕਰਜ਼ਾ ਲਿਆ ਪਿਛਲੇ ਦਿਨਾਂ 'ਚ ਉਹਦਾ ਹਿਸਾਬ ਕਿਤਾਬ ਦਿਓ ਕਿ ਕਿੱਥੇ ਕਿੱਥੇ ਪੈਸੇ ਖਰਚੇ ਆ, ਤਾਂ ਉਸ ਫੈਸਲੇ ਦੀ ਜੋ ਖਰਚੇ ਦੀ ਰੋਸ਼ਨੀ ਦੇ ਵਿੱਚ ਹੀ ਫਿਰ ਮੈਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਾਂਗਾ। ਸੋ ਅਜਿਹੀ ਸਥਿਤੀ ਦਾ ਭਗਵੰਤ ਮਾਨ ਨੂੰ ਲੱਗਦਾ ਕਿ ਆਪ ਹੀ ਸਹੇੜਦੀ ਆ। ਇਸ ਚਿੱਠੀ ਭੇਜਣ ਤੋਂ ਜਾਂ ਆਰਡੀਐਫ ਦੇ ਮਾਮਲੇ ਦੇ ਵਿੱਚ ਗਵਰਨਰ ਬਨਵਾਰੀ ਲਾਲ ਪੁਰੋਹਿਤ ਹੋਣਾ ਨੂੰ ਲਿਆਉਣ ਦੀ ਕੋਈ ਜ਼ਰੂਰਤ ਜਿਹੜੀ ਆ ਮਾਨ ਸਰਕਾਰ ਵੱਲੋਂ ਨਹੀਂ ਸੀ। ਪਰ ਮਾਨ ਸਰਕਾਰ ਨੇ ਜਿਵੇਂ ਆਪਣੀ ਸਿਆਸੀ ਕਿਹੜ ਕੱਢਣ ਵਾਸਤੇ ਉਹਨਾਂ ਨੂੰ ਫਸਾਉਣ ਦਾ ਯਤਨ ਕੀਤਾ, ਪਰ ਸਾਰੇ ਉਹ ਚੱਕਰਵਿਊਹ ਦੇ ਵਿੱਚ ਇਹ ਇੱਕ ਚੱਕਰਵਿਊਹ ਸੀ ਜਿਹੜਾ ਮਾਨ ਸਰਕਾਰ ਨੇ ਬਨਵਾਰੀ ਲਾਲ ਪੁਰੋਹਿਤ ਹੋਣਾ ਦੇ ਆਲੇ ਦੁਆਲੇ ਆਰਡੀਐਫ ਫੰਡ ਨੂੰ ਲੈ ਕੇ ਰਚਣ ਦਾ ਯਤਨ ਕੀਤਾ। ਪਰ ਜਿਸ ਤਰੀਕੇ ਨਾਲ ਹੁਣ ਉਹ ਚੱਕਰਵਿਊਹ ਦੇ ਵਿੱਚ ਬਨਵਾਰੀ ਲਾਲ ਪੁਰੋਹਿਤ ਤਾਂ ਨਿਕਲ ਗਏ, ਪਰ ਉਹ ਚੱਕਰਵਿਊਹ ਦੇ ਵਿੱਚ ਖੁਦ ਮਾਨ ਸਾਹਿਬ ਫਸ ਗਏ ਆ। ਕਿਉਂਕਿ ਅੱਗੇ ਹੀ ਗਵਰਨਰ ਸਾਹਿਬ ਕਹਿੰਦੇ ਨੇ ਕਿ 16 ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਤੇ ਅਖੀਰ ਤੇ ਜਵਾਬ ਦੇਣਾ ਪਿਆ ਸੀ।
ਮਹਾ ਜਾਨ ਛੋਟੀ ਸੀ ਪੰਜਾਬ ਸਰਕਾਰ ਦੀ ਗਵਰਨਰ ਦੇ ਸਵਾਲਾਂ ਤੋਂ, ਪਰ ਇਹਨਾਂ ਨੇ ਆਪ ਹੀ ਉਹ ਚੱਕਰਵਿਊਹ ਰਚ ਕੇ ਆਪ ਹੀ ਉਹ ਚੱਕਰਵਿਊਹ 'ਚ ਫਸ ਗਏ ਆ। ਹੁਣ 50,000 ਜਿਹੜਾ ਕਰੋੜ ਦਾ ਜਿਹੜਾ ਖਰਚਾ ਲਿਆ, ਉਸ ਦਾ ਹਿਸਾਬ ਤਾਂ ਮਾਨ ਤੇ ਸਰਕਾਰ ਉਹ ਨੂੰ ਦੂਜੇ ਦੇਣਾ ਪਾਸੇ ਸਰ ਚਾਹੀਦਾ। ਵੜਿੰਗ ਸਾਹਿਬ ਵੀ ਯਾਦ ਕਰਾਉਂਦੇ ਨਜ਼ਰ ਆ ਰਹੇ ਨੇ ਭਗਵੰਤ ਮਾਨ ਨੂੰ, ਭਾਈ ਨੀਤੀ ਆਯੋਗ ਦੀ ਮੀਟਿੰਗ ਸੀ ਆਰਡੀਐਫ ਮਾਮਲੇ ਤੇ ਗਵਰਨਿੰਗ ਕੌਂਸਲ ਦੀ, ਤੁਸੀਂ ਉਦੋਂ ਦੂਜੇ ਸਟੇਟਾਂ ਦੇ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ, ਤੁਸੀਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਕਿਉਂ ਨਹੀਂ ਕੀਤੇ, ਬਾਈਕਾਟ ਕਿਉਂ ਕੀਤਾ ਸੀ? ਇਸ ਮਾਮਲੇ ਦੇ ਉੱਪਰ ਵੀ ਘੇਰਦੇ ਨਜ਼ਰ ਆ ਰਹੇ ਨੇ ਭਗਵੰਤ ਮਾਨ। ਜੀ ਮੈਂ ਉਧਰ ਹੀ ਲੱਗਾ ਸਭ ਗੱਲ ਕਰਦੇ ਸਥਿਤੀ ਤਾਂ ਹੀ। ਹੁਣ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆ ਜਾਂਦਾ, ਰਾਜਾ ਵੜਿੰਗ ਦਾ ਵੀ ਬਿਆਨ ਆ ਜਾਂਦਾ ਕਿ ਜਦੋਂ ਪਲੈਨਿੰਗ ਕਮਿਸ਼ਨ ਦੀ ਮੀਟਿੰਗ ਚੱਲ ਰਹੀ ਸੀ ਤਾਂ ਉਸ ਵਕਤ ਤੁਸੀਂ ਉਹਦੇ ਵਿੱਚ ਕਿਉਂ ਨਹੀਂ ਪੇਸ਼ ਹੋਏ। ਇਹ ਤਾਂ ਸਵਾਲ ਸੁਭਾਵਿਕ ਆ ਕਿ ਉਦੋਂ ਵੀ ਇਹਨਾਂ ਨੇ ਕਿਹਾ ਕਿ ਬੜੀ ਜ਼ੋਰ ਸ਼ੋਰ ਨਾਲ ਕੈਸੇ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਾ, ਕਿਉਂਕਿ ਜੇ ਸਾਡਾ ਆਰਡੀਐਫ ਦਾ ਫੰਡ ਜਿਹੜਾ ਭੁਗਤਾਨ ਜਿਹੜਾ ਬਕਾਇਆ ਨਹੀਂ ਕੀਤਾ ਜਾਂਦਾ, ਸਾਨੂੰ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਮਾਨ ਸਰਕਾਰ ਨੇ ਜਾਣ ਬੁੱਝ ਕੇ ਇਸ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਜਿਹੜਾ ਉਹ ਕੀਤਾ ਸੀ। ਸਿਰਫ ਇਸ ਮੁੱਦੇ ਨੂੰ ਲੈ ਕੇ ਕਿ ਸਾਡਾ ਬਕਾਇਆ ਜਿਹੜਾ ਉਹ ਜਾਰੀ ਨਹੀਂ ਕੀਤਾ ਜਾ ਰਿਹਾ। ਤਾਂ ਹੁਣ ਜਦੋਂ ਪਾਣੀ ਸਿਰ ਤੋਂ ਲੱਥ ਗਿਆ, ਪਲੈਨਿੰਗ ਕਮਿਸ਼ਨ ਦੀ ਜਿਹੜੀ ਮੀਟਿੰਗਾਂ ਹੋ ਚੁੱਕੀਆਂ, ਉਸ ਮੀਟਿੰਗ 'ਚ ਤੁਸੀਂ ਸ਼ਾਮਲ ਨਹੀਂ ਹੋਏ, ਤਾਂ ਉਹਨਾਂ ਦਿਨਾਂ 'ਚ ਤੁਸੀਂ ਦੂਜੀਆਂ ਰਾਜਾਂ ਦਾ ਦੌਰਾ ਆਪਣੀ ਚੋਣ ਪ੍ਰਚਾਰ ਨੂੰ ਲੈ ਕੇ ਕਰਦੇ ਰਹੇ ਜੇ। ਫਿਰ ਆਪਣੇ ਲਖਵਿੰਦਰ ਜੀ ਫਿਰ ਤਾਂ ਇਹ ਪ੍ਰਸ਼ਨ ਵਿਰੋਧੀਆਂ ਨੇ ਠਾਉਣੇ ਆ ਕਿ ਤੁਸੀਂ ਜਦੋਂ ਉਹ ਸਮਾਂ ਹੁੰਦਾ ਉਹ ਸਮਾਂ ਵਹਾ ਦਿੰਦੇ ਜੇ, ਤਾਂ ਫਿਰ ਸੱਪ ਜਦੋਂ ਨਿਕਲ ਗਿਆ ਤੇ ਫਿਰ ਲਕੀਰ ਪਿੱਟਣ ਦੀ ਕੀ ਲੋੜ ਆ। ਸੋ ਹੁਣ ਇਹੋ ਜਿਹੇ ਜਿਹੜੇ ਪ੍ਰਸ਼ਨ ਜਿਹੜੇ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਉਠਾਏ ਨੇ ਕਿ ਇਹ ਜਦੋਂ ਢੁਕਵਾਂ ਸਮਾਂ ਸੀ, ਉਦੋਂ ਤੁਸੀਂ ਪੰਜਾਬ ਦੀਆਂ ਹੱਕੀ ਮੰਗਾਂ ਦੇ ਸੰਬੰਧੀ ਕਦੇ ਵੀ ਜਾ ਕੇ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਜਾਂ ਨਹੀਂ ਉਹਦੇ ਵਿੱਚ ਸ਼ਾਮਲ ਹੋਏ। ਜ਼ਰੂਰੀ ਤਾਂ ਇਹ ਸੀ ਕਿ ਤੁਸੀਂ ਉਸ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਹੁੰਦੇ ਤਾਂ ਉੱਥੇ ਜਾ ਕੇ ਆਪਣੀ ਗੱਲ ਕਹਿੰਦੇ, ਤਾਂ ਜੋ ਬਾਕੀ ਸੂਬਿਆਂ ਦੀ ਵੀ ਸਥਿਤੀ ਦਾ ਪਤਾ ਲੱਗਦਾ। ਪਰ ਮਾਨ ਸਰਕਾਰ ਦਾ ਜਾਂ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਰਵੱਈਆ ਇਹੋ ਹੀ ਰਿਹਾ ਕਿ ਜੇਕਰ ਨਹੀਂ ਮੰਨਦੇ, ਮੈਂ ਨਾ ਮੰਨੂ, ਤਾਂ ਆਪਾਂ ਕੋਰਟ 'ਚ ਚੱਲਦੇ ਹਾਂ। ਇਹਨਾਂ ਨੇ ਸੁਪਰੀਮ ਕੋਰਟ ਦਾ ਆਸਰਾ ਲੈ ਲਿਆ ਤੇ ਜੇਕਰ ਹੁਣ ਤੁਹਾਡੇ ਕੇਸ ਜਿਹੜਾ ਮੈਟਰ ਹੈ ਸਬ ਜੂਡੀਸ, ਜੇਕਰ ਕੇਸ ਤੁਹਾਡਾ ਅਦਾਲਤ 'ਚ ਤੇ ਫਿਰ ਤੁਹਾਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ ਸੀ। ਤੁਹਾਨੂੰ ਗਵਰਨਰ ਨੂੰ ਚਿੱਠੀ ਲਿਖ ਕੇ ਆਹ ਜਿਹੜੀ ਮੁਸੀਬਤ ਆ ਕਰਜ਼ੇ ਵਾਲੀ, ਇਹ ਆਪ ਨਹੀਂ ਸਹੇੜਨੀ ਚਾਹੀਦੀ ਜਿਹੜੀ ਉਹ ਸਹੇੜ ਕੇ ਬਹਿ ਗਏ ਆ। ਹੁਣ ਇਹ ਸਥਿਤੀਆਂ ਗਾਹ ਬਣਨੀਆਂ ਇਹ ਨੇ, ਆਰਡੀਐਫ ਫੰਡ ਜਿਹੜਾ ਆ ਉਹ ਮਿਲੇ ਜਾਂ ਨਾ ਮਿਲੇ, ਪਰ ਗਵਰਨਰ ਸਾਹਿਬ ਹੁਣ ਫਿਰ ਸਰਕਾਰ ਤੇ ਉਹਨਾਂ ਨੇ ਸਵਾਰ ਹੋ ਜਾਣਾ, ਤੇ ਸਵਾਰ ਹੋਣਾ ਵੀ ਸੁਭਾਵਿਕ ਆ ਕਿਉਂਕਿ ਤੁਸੀਂ ਉਹਨਾਂ ਦੀ ਇਨਵੋਲਵਮੈਂਟ ਖੁਦ ਇਸ ਮੁੱਦੇ ਦੇ ਵਿੱਚ ਕਰਵਾਈ ਆ। ਤਾਂ ਹੁਣ ਜਦੋਂ ਉਹ ਕਹਿੰਦੇ ਕਿ ਠੀਕ ਹੈ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੋ, ਜੋ ਫੈਸਲਾ ਹੈ ਆਪਾਂ ਕਰ ਲਾਂਗੇ, ਤੇ ਜੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਹਾਂਜੀ ਮੈਨੂੰ ਉਹਦਾ ਹਿਸਾਬ ਕਿਤਾਬ ਦਿਓ, ਉਹ ਲੈ ਕੇ ਫਿਰ ਮੈਂ ਕੇਂਦਰ ਸਰਕਾਰ ਪਾਸੋਂ ਜਾਣਾ। ਸੋ ਹੁਣ ਇਹ ਜਿਹੜਾ ਮਾਹੌਲ ਮਹਾ ਸ਼ਾਂਤ ਲੱਗ ਰਿਹਾ ਸੀ, ਇਹ ਲੱਗਦਾ ਕਿ ਇਹ ਸ਼ਾਂਤ ਰਹਿਣਾ ਨਹੀਂ। ਹੁਣ ਭਗਵੰਤ ਮਾਨ ਤੇ ਦੂਜੇ ਪਾਸੇ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਜਿਹੜਾ ਵਾਦ ਵਿਵਾਦ ਆ ਫਿਰ ਲੰਮਾ ਛਿੜੇਗਾ, ਕਿਉਂਕਿ ਉਹਨਾਂ ਨੇ ਹੁਣ ਚਿੱਠੀ ਲਿਖਤੀ ਆ, ਅਜੇ ਏਡੀ ਛੇਤੀ ਇਹਨਾਂ ਨੇ ਜਵਾਬ ਦੇਣਾ ਨਹੀਂ। ਫਿਰ ਵੇਖੋ ਕਦੋਂ ਜਵਾਬ ਦਿੰਦੇ ਆ, ਫਿਰ ਉਹਨਾਂ ਦੀ ਘੁਰਕੀ ਆਏਗੀ। ਜੇ ਤੁਸੀਂ ਜਵਾਬ ਨਹੀਂ ਦਿੰਦੇ ਤਾਂ ਫਿਰ ਠੀਕ ਆ, ਮੈਂ ਰਾਸ਼ਟਰਪਤੀ ਰਾਜ ਦੀ ਸਿਫਾਰਿਸ਼ ਕਰੂੰਗਾ, ਫਿਰ ਡਰਦਿਆਂ ਫਿਰ ਕਰਨਗੇ। ਸੋ ਅਜਿਹੀਆਂ ਸਥਿਤੀਆਂ ਮਾਨ ਸਾਹਿਬ ਭਗਵੰਤ ਮਾਨ ਦੀ ਸਰਕਾਰ ਨੂੰ ਪੈਦਾ ਹੀ ਨਹੀਂ ਕਰਨੀਆਂ ਚਾਹੀਦੀਆਂ। ਇਹੋ ਜਿਹੇ ਵਾਦ ਵਿਵਾਦ, ਬੇਲੋੜੇ ਵਾਦ ਵਿਵਾਦ ਪੈਦਾ ਹੀ ਨਹੀਂ ਕਰਨੇ ਚਾਹੀਦੇ ਜਿਹਦੇ ਵਿੱਚ ਉਹਨਾਂ ਦੀ ਸਰਕਾਰ ਆਪ ਹੀ ਕਸੂਤੀ ਸਥਿਤੀ ਦੇ ਵਿੱਚ ਫਸ ਜਾਏ, ਜਿਸ ਤਰੀਕੇ ਨਾਲ ਹੁਣ ਫਸੀ ਆ। ਮੈਂ ਫਿਰ ਲੱਗਾ ਇਹ ਗੱਲ ਕਹਿਣ ਕਿ ਭਗਵੰਤ ਮਾਨ ਹੋਣੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਇਹ ਚਿੱਠੀ ਲੈ ਕੇ ਆਰਡੀਐਫ ਦੇ ਸੰਬੰਧੀ ਖਾਸ ਤੌਰ ਤੇ ਬਨਵਾਰੀ ਲਾਲ ਪੁਰੋਹਿਤ ਹੋਣਾ ਨੂੰ ਉਸ ਚੱਕਰ ਵਿੱਚ ਫਸਾਉਣ ਦਾ ਯਤਨ ਕੀਤਾ ਸੀ, ਤੇ ਇਹ ਸਿੱਧ ਕਰਨ ਦਾ ਲੋਕਾਂ ਦੇ ਸਾਹਮਣੇ ਫਸਾਉਣ ਦਾ ਯਤਨ ਕੀਤਾ ਸੀ ਕਿ ਦੇਖੋ ਅਸੀਂ ਤਾਂ ਪੰਜਾਬ ਦੇ ਹਿੱਤਾਂ ਪ੍ਰਤੀ ਗੱਲ ਕਰਦੇ ਹਾਂ, ਪਰ ਪੰਜਾਬ ਦਾ ਜਿਹੜਾ ਗਵਰਨਰ ਆ ਉਹ ਇਸ ਮੁੱਦੇ ਤੇ ਕਦੇ ਵੀ ਗੰਭੀਰ ਨਹੀਂ ਹੋਇਆ। ਇਹ ਚੱਕਰ ਵੀ ਉਹਨਾਂ ਨੇ ਰਚਿਆ ਸੀ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਦੂਸਰੇ ਪਾਸੇ ਬਨਵਾਰੀ ਲਾਲ ਪੁਰੋਹਿਤ ਨੇ ਉਹ ਚੱਕਰ ਵੀ ਨੂੰ ਤੋੜਦਿਆਂ ਬਨਵਾਰੀ ਆਪਣੇ ਭਗਵੰਤ ਮਾਨ ਨੂੰ ਉਹ ਚੱਕਰ ਵੀ ਫਸਾ ਲਿਆ, ਤਾਂ ਇਹ ਸਥਿਤੀਆਂ ਜਿਹੜੀਆਂ ਨੇ ਅਸੀਂ ਕਹਿ ਸਕਦੇ ਕਿ ਮੁਸ਼ਕਲਾਂ ਭਰਪੂਰ ਜਿਹੜੀਆਂ ਪੰਜਾਬ ਸਰਕਾਰ ਵਾਸਤੇ ਹਨ, ਖਾਸ ਤੌਰ ਤੇ ਭਗਵੰਤ ਮਾਨ ਵਾਸਤੇ। ਇਹਦੇ ਤੋਂ ਬਚਿਆ ਜਾ ਸਕਦਾ ਸੀ ਜੇਕਰ ਇਹ ਚਿੱਠੀ ਨਾ ਲਿਖੀ ਜਾਂਦੀ। ਜੀ ਬਿਲਕੁਲ, ਵੀ ਆਰਡੀਐਫ ਦੇ ਮਾਮਲੇ ਉੱਪਰ ਆਪਣੇ ਬਣਾਏ ਹੋਏ ਜਾਲ, ਆਪਣੇ ਬੁਲੇ ਜਾਲ ਦੇ ਵਿੱਚ ਭਗਵੰਤ ਮਾਨ ਖੁਦ ਫਸਦੇ ਹੋਏ ਨਜ਼ਰ ਆ ਰਹੇ ਨੇ। ਤੇ ਉਧਰ ਆਪਾਂ ਗੱਲ ਕੇਂਦਰ ਦੀ ਵੀ ਕਰ ਲਈਏ, ਕਿਉਂਕਿ ਇੱਕ ਮੁੱਦਾ ਸੀ ਜਿਸ ਨੂੰ ਲੈ ਕੇ ਵਿਰੋਧੀਆਂ ਨੇ ਬੜਾ ਹੱਲਾ ਕੀਤਾ ਸੀ। ਗੱਲ ਕਰ ਰਹੇ ਹਾਂ ਇੱਕ ਦੇਸ਼ ਇੱਕ ਚੋਣ, ਜਾਂ ਕੋਈ ਕਹੀਏ ਇੱਕ ਰਾਸ਼ਟਰ ਇੱਕ ਚੋਣ, ਜਿਸ ਨੂੰ ਕਿ ਬੀਜੇਪੀ ਹਾਮੀ ਭਰਦੀ ਨਜ਼ਰ ਆ ਰਹੀ ਸੀ ਵੀ ਭਾਈ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਲੇਕਿਨ ਵਿਰੋਧੀ ਇਸ ਗੱਲ ਦੇ ਉੱਪਰ ਅੜ ਗਏ ਸੀ ਕਿ ਇਹ ਮਤਲਬ ਕਿ ਹੁਣ ਜਿਹੜੀਆਂ ਸਰਕਾਰਾਂ ਨੇ ਆਪਣੇ ਵਿਧਾਨ ਸਭਾ ਦੇ ਵਿੱਚ ਜਾਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਦੇ ਵੱਲੋਂ, ਖਾਸ ਤੌਰ ਤੇ ਉੱਥੇ ਜਿੱਥੇ ਬੀਜੇਪੀ ਸਰਕਾਰ ਨਹੀਂ। ਇਹ ਵੀ ਚਰਚਾਵਾਂ ਉੱਠੀਆਂ ਸੀ ਵੀ ਜਿਹੜਾ ਸਪੈਸ਼ਲ ਸੈਸ਼ਨ ਹੋਣਾ ਸੀ ਪਿਛਲੇ ਦਿਨ ਹੀ ਖਤਮ ਹੋਇਆ, ਵੀ ਇਹਦੇ ਵਿੱਚ ਇਹ ਮੁੱਦਾ ਉੱਠ ਸਕਦਾ, ਲੇਕਿਨ ਇਹ ਸਪੈਸ਼ਲ ਸੈਸ਼ਨ ਦੇ ਵਿੱਚ ਮੁੱਦਾ ਤਾਂ ਨਹੀਂ ਉੱਠਿਆ। ਲੇਕਿਨ ਸਪੈਸ਼ਲ ਸੈਸ਼ਨ ਖਤਮ ਹੁੰਦੇ ਹੀ ਅਗਲੇ ਦਿਨ, ਭਾਵ 22 ਨੂੰ ਖਤਮ ਹੋਇਆ ਸੈਸ਼ਨ, ਤੇ ਅੱਜ 23 ਤਰੀਕ ਨੂੰ ਪਹਿਲੀ ਮੀਟਿੰਗ
ਇਸ ਸੰਬੰਧ ਦੇ ਵਿੱਚ ਰੱਖ ਦਿੱਤੀ ਗਈ ਹੈ। ਹੁਣ ਇਸ ਮੀਟਿੰਗ ਵਿੱਚ ਕੀ ਕੁਝ ਸਾਹਮਣੇ ਆਏਗਾ ਕਿ ਕੋਈ ਕਹਾਣੀ ਤਣ ਪੱਤਣ ਲੱਗਦੀ ਨਜ਼ਰ ਆ ਰਹੀ ਹੈ? ਕਿਵੇਂ ਦੇਖ ਰਹੇ ਹੋ ਉਸ ਮੀਟਿੰਗ ਨੂੰ, ਜਿਹੜੀ ਪਲੇਠੀ ਭਾਵੇਂ ਪਹਿਲੀ ਮੀਟਿੰਗ ਹੈ ਇਸ ਮਾਮਲੇ ਦੇ ਉੱਪਰ ਵੀ ਇੱਕ ਦੇਸ਼ ਇੱਕ ਚੋਣ ਹੋਣੀ ਚਾਹੀਦੀ ਹੈ, ਲੇਕਿਨ ਇਸ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ? ਮਾਨ ਸਾਹਿਬ, ਇੱਕ ਦੇਸ਼ ਇੱਕ ਚੋਣ ਦੇ ਮੁੱਦੇ ਨੂੰ ਲੈ ਕੇ ਬੀਤੇ ਕਾਫੀ ਸਮੇਂ ਤੋਂ ਰੌਲਾ ਜਿਹੜਾ ਪੈਂਦਾ ਰਿਹਾ, ਔਰ ਜਿਸ ਤਰੀਕੇ ਦੇ ਨਾਲ 23 ਸਤੰਬਰ ਅੱਜ ਇਹ ਮੀਟਿੰਗ ਹੋਣੀ ਹੈ, ਇਸ ਮੀਟਿੰਗ ਦਾ ਐਲਾਨ 23 ਸਤੰਬਰ ਦੇ ਸੰਬੰਧੀ ਕਰਨ ਦਾ ਐਲਾਨ ਇਸ ਵਿਸ਼ੇਸ਼ ਅਜਲਾਸ ਤੋਂ ਪਹਿਲਾਂ ਜਿਹੜਾ ਉਹ ਕਰ ਦਿੱਤਾ ਗਿਆ ਸੀ। ਇਹ 5 ਰੋਜ਼ਾ ਜਿਹੜਾ ਵਿਸ਼ੇਸ਼ ਅਜਲਾਸ 18 ਤਰੀਕ ਤੋਂ ਲੈ ਕੇ 22 ਤਰੀਕ ਤੱਕ ਜਾਂ 23 ਤਰੀਕ ਤੱਕ ਜਿਹੜਾ ਚੱਲਣਾ ਸੀ, ਇਹਦੇ ਸੰਬੰਧੀ ਸੁਖਵਿੰਦਰ ਆਪਣੇ ਮਾਨ ਸਾਹਿਬ ਜਿਹੜੀ ਸਥਿਤੀਆਂ ਸਨ ਉਹ ਬੜੀਆਂ ਹੈਰਾਨੀਜਨਕ ਜਿਹੜੀਆਂ ਬਣੀਆਂ ਹੋਈਆਂ ਸਨ। ਬੜੇ ਲੋਕਾਂ ਦੇ ਕਿਆਸ ਆਰਾਈਆਂ ਸਨ ਕਿ ਸ਼ਾਇਦ ਇਹ 5 ਦਿਨ ਦਾ ਅਜਲਾਸ ਬੁਲਾਇਆ ਹੀ ਇਸ ਕਰਕੇ ਗਿਆ ਕਿ ਇਹਦੇ ਵਿੱਚ ਇੱਕ ਦੇਸ਼ ਇੱਕ ਚੋਣ ਦਾ ਬਿੱਲ ਲਿਆਂਦਾ ਜਾ ਸਕਦਾ, ਇਹਦੇ ਸੰਬੰਧੀ ਚਰਚਾ ਕੀਤੀ ਜਾ ਸਕਦੀ ਹੈ। ਬਹੁਤ ਕੁਝ ਇਸ ਮੁੱਦੇ ਦੇ ਸੰਬੰਧੀ ਗੱਲਬਾਤ ਜਿਹੜੀ ਉਹ ਹੁੰਦੀ ਰਹੀ, ਪਰ ਉਸ ਵਿਸ਼ੇਸ਼ ਅਜਲਾਸ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੋਇਆ। ਸਿਰਫ ਮਹਿਲਾ ਰਾਖਵਾਂਕਰਨ ਜਿਹੜਾ ਬਿੱਲ ਆ ਉਹ ਜਿਹੜਾ ਜ਼ਰੂਰ ਪਾਸ ਜਿਹੜਾ ਹੋਇਆ। ਹੁਣ ਜਿਹੜੀ ਅੱਜ ਮੀਟਿੰਗ ਆ, ਜਿਹੜੀ ਆਪਣੇ ਇੱਕ ਚੋਣ ਇੱਕ ਦੇਸ਼ ਨੂੰ ਲੈ ਕੇ ਜਿਹੜੀ ਕਮੇਟੀ ਬਣੀ ਹੈ, ਜਿਸ ਦੇ ਜਿਹੜੇ ਪ੍ਰਧਾਨ ਨੇ ਜਾਂ ਇਸ ਕਮੇਟੀ ਦੇ ਜਿਹੜੇ ਇੰਚਾਰਜ ਨੇ ਰਾਮਨਾਥ ਕੋਵਿੰਦ ਜਿਹੜੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਉਹ ਨੇ। ਹੁਣ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਦੀ ਪਲੇਠੀ ਮੀਟਿੰਗ ਜਿਹੜੀ ਹੋਵੇਗੀ, ਜਿਸ ਦੇ ਵਿੱਚ ਕੇਂਦਰ ਦੇ ਕੁਝ ਕੈਬਨਿਟ ਮੰਤਰੀ ਵੀ ਸ਼ਾਮਲ ਨੇ ਔਰ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਦੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ। ਈਵਨ ਕਿ ਉਹ ਗੁਲਾਮ ਨਬੀ ਆਜ਼ਾਦ ਵੀ, ਜੇਕਰ ਮੈਂ ਗਲਤ ਨਾ ਹੋਵਾਂ, ਉਹ ਵੀ ਇਸ ਮੀਟਿੰਗ ਦਾ ਇਸ ਕਮੇਟੀ ਦਾ ਜਿਹੜੇ ਹਿੱਸਾ ਨੇ। ਅੱਜ ਇਹਦੀ ਜਿਹੜੀ ਚਰਚਾ ਆ ਅੱਜ ਹੋਣੀ ਆ ਇਸ ਕਮੇਟੀ ਦੇ ਵਿੱਚ ਵੱਲੋਂ ਕਿ ਹਾਂ ਭਈ ਇੱਕ ਦੇਸ਼ ਇੱਕ ਚੋਣ ਜੇਕਰ ਲਾਗੂ ਹੁੰਦੀ ਹੈ ਜਾਂ ਇਸ ਦੇ ਸੰਬੰਧੀ ਜਿਸ ਨੂੰ ਲਾਗੂ ਕੀਤਾ ਜਾਂਦਾ ਇਹਦੇ ਵਿੱਚ ਕਿਹੜੇ ਕਿਹੜੇ ਅੜਕੇ ਆ ਸਕਦੇ ਆ, ਇਸ ਦਾ ਲਾਭ ਕੀ ਆ, ਇਸ ਦਾ ਨੁਕਸਾਨ ਕੀ ਆ। ਭਾਵ ਸਾਰੇ ਮੁੱਦਿਆਂ ਦੇ ਉੱਤੇ ਅਜੇ ਪਹਿਲੀ ਮੀਟਿੰਗ 'ਚ ਚਰਚਾ ਸਾਰੇ ਮੁੱਦਿਆਂ ਦੇ ਉੱਤੇ ਤਾਂ ਨਹੀਂ ਹੋਵੇਗੀ, ਪਰ ਅਹਿਮ ਮੁੱਦੇ ਜਿਹੜੇ ਨੇ ਉਹ ਜ਼ਰੂਰ ਵਿਚਾਰੇ ਜਾਣਗੇ। ਸਮੀਖਿਆ ਜਿਹੜੀ ਆ ਜ਼ਰੂਰ ਕੀਤੀ ਜਾਵੇਗੀ ਕਿ ਹਾਂ ਭਈ ਇਹ ਜੇਕਰ ਪ੍ਰਣਾਲੀ ਜੇਕਰ ਦੇਸ਼ ਦੇ ਅੰਦਰ ਲਾਗੂ ਕਰ ਦਿੱਤੀ ਜਾਂਦੀ ਆ ਤਾਂ ਦੇਸ਼ ਨੂੰ ਇਸ ਦਾ ਫਾਇਦਾ ਕੀ ਆ ਜਾਂ ਨੁਕਸਾਨ ਕੀ ਆ। ਇਹਦੇ ਸੰਬੰਧੀ ਮੀਟਿੰਗ ਦੇ ਵਿੱਚ ਜਿਹੜੀਆਂ ਚਰਚਾਵਾਂ ਜਿਹੜੀਆਂ ਮਾਨ ਸਾਹਿਬ ਹੋਣਗੀਆਂ। ਹੁਣ ਇਸ ਮੁੱਦੇ ਨੂੰ ਲੈ ਕੇ ਸੁਖਵਿੰਦਰ ਜੀ ਜਿਹੜੀਆਂ ਖਾਸ ਤੌਰ ਤੇ ਅਸੀਂ ਕਹਿ ਸਕਦੇ ਹਾਂ ਵਿਰੋਧੀ ਧਿਰਾਂ ਉਹਨਾਂ ਦੇ ਵਿੱਚ ਇੱਕ ਅਸੰਤੋਸ਼ ਹੈਗਾ। ਆਮ ਆਦਮੀ ਪਾਰਟੀ ਇਸ ਮੁੱਦੇ ਤੇ ਇਹਦੇ ਹੱਕ ਵਿੱਚ ਨਹੀਂ ਹੈਗੀ। ਇਸੇ ਤਰੀਕੇ ਨਾਲ ਤ੍ਰਿਣਮੂਲ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਇਸ ਮੁੱਦੇ ਦੇ ਵਿੱਚ ਹੱਕ ਵਿੱਚ ਨਹੀਂ। ਜਿਹੜਾ ਇੰਡੀਆ ਅਲਾਇੰਸ ਬਣਿਆ ਉਹਦੇ ਵਿੱਚੋਂ ਜ਼ਿਆਦਾਤਰ ਪਾਰਟੀਆਂ ਜਿਹੜੀਆਂ ਨੇ ਇਸ ਮੁੱਦੇ ਦੇ ਹੱਕ ਵਿੱਚ ਨਹੀਂ ਹਨ ਕਿ ਇੱਕ ਦੇਸ਼ ਇੱਕ ਚੋਣ ਹੋਵੇ। ਜਦੋਂ ਕਿ ਆਪਣੇ ਮਾਨ ਸਾਹਿਬ ਇਹ ਜਿਹੜੀ ਸਥਿਤੀ ਆ ਇਹ ਕੋਈ ਨਵੀਂ ਸਥਿਤੀ ਜਿਹੜੀ ਨਹੀਂ ਹੈਗੀ, ਕਿਉਂਕਿ ਇਹ ਸਥਿਤੀ 1967 ਤੱਕ 1947 ਤੋਂ ਲੈ ਕੇ 1967 ਤੱਕ ਭਾਰਤ ਵਿੱਚ ਇਹ ਪ੍ਰਣਾਲੀ ਲਾਗੂ ਰਹੀ ਆ ਕਿ ਜਦੋਂ ਸਾਰੀਆਂ ਚੋਣਾਂ ਇੱਕੋ ਸਮੇਂ ਹੁੰਦੀਆਂ ਸਨ। ਪੰਚਾਇਤ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਸਾਰੀਆਂ ਚੋਣਾਂ ਇੱਕ ਸਮੇਂ ਹੁੰਦੀਆਂ ਰਹੀਆਂ ਨੇ। ਪਰ 1967 ਤੋਂ ਬਾਅਦ ਜਦੋਂ ਇੰਦਰਾ ਗਾਂਧੀ ਦਾ ਭਾਰਤੀ ਰਾਜਨੀਤੀ ਵਿੱਚ ਪ੍ਰਵੇਸ਼ ਹੁੰਦਾ ਤੇ ਇੰਦਰਾ ਗਾਂਧੀ ਵੱਲੋਂ ਸਭ ਤੋਂ ਪਹਿਲਾਂ ਧਾਰਾ 356 ਦੀ ਵਰਤੋਂ ਕਰਕੇ ਕੁਝ ਰਾਜਾਂ ਦੀਆਂ ਸਰਕਾਰਾਂ ਨੂੰ ਤੋੜ ਦਿੱਤਾ ਜਾਂਦਾ, ਤਾਂ ਉਸ ਤੋਂ ਮਗਰੋਂ ਇਹ ਜਿਹੜੀ ਪ੍ਰਣਾਲੀ ਆ ਇਹ ਫਿਰ ਹੌਲੀ ਹੌਲੀ ਅਲੋਪ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਆ। ਕਿਉਂਕਿ ਫਿਰ ਜਿਸ ਰਾਜ ਦੀ ਸਰਕਾਰ ਨੂੰ ਤੋੜ ਕੇ ਉੱਥੇ ਤੁਸੀਂ ਰਾਸ਼ਟਰਪਤੀ ਰਾਜ ਲਾਗੂ ਕਰਦੇ ਜੇ, ਫਿਰ 90 ਦਿਨਾਂ ਦੇ ਵਿੱਚ ਜਾਂ 6 ਮਹੀਨਿਆਂ ਤੋਂ ਬਾਅਦ ਉੱਥੇ ਜਿਹੜੀਆਂ ਚੋਣਾਂ ਜਿਹੜੀਆਂ ਕਰਵਾਈਆਂ ਜਿਹੜੀਆਂ ਸੰਵਿਧਾਨਕ ਜਿਹੜਾ ਨਿਯਮ ਹੈਗਾ, ਤਾਂ ਫਿਰ ਉਹ ਜਿਹੜੀ ਪ੍ਰਣਾਲੀ ਸੀ ਜਿਹੜੀ 1967 ਤੱਕ ਲਾਗੂ ਰਹੀ ਉਹ ਪ੍ਰਣਾਲੀ ਹੌਲੀ ਹੌਲੀ ਖੰਡਿਤ ਹੁੰਦੀ ਗਈ ਤੇ ਇਹ ਜਿਹੜਾ ਸੀ ਪ੍ਰਚਲਨ ਇਹ ਜਿਹੜਾ ਉਹ ਖਤਮ ਹੋ ਗਿਆ। ਪਰ ਜਦੋਂ ਦੀ ਹੁਣ ਮੋਦੀ ਸਰਕਾਰ ਦੁਬਾਰਾ 2014 ਤੋਂ ਬਣੀ ਆ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ 2019 ਚ ਦੁਬਾਰਾ ਉਸਦੀ ਐਂਟਰੀ ਪੰਜਾਬ ਦੀ ਭਾਰਤ ਵਿੱਚ ਜਦੋਂ ਦੀ ਬਣੀ ਆ, ਤਾਂ ਦੂਜੇ ਪਾਸੇ 2019 ਦੇ ਵਿੱਚ ਉਸ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਉਹ ਸਾਹਮਣੇ ਆਉਂਦੇ ਆ। ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਚੋਣ ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਉਹ ਆਪਣੀ ਵੱਖ-ਵੱਖ ਪਲੇਟਫਾਰਮਾਂ ਤੇ ਆਪਣੇ ਇਸ ਸੰਬੰਧੀ ਗੱਲਬਾਤ ਕਰਦੇ ਰਹੇ ਆ। ਤੇ ਇਸੇ ਗੱਲ ਨੂੰ ਲੈ ਕੇ ਉਹਨਾਂ ਵੱਲੋਂ ਇਸ ਕਮੇਟੀ ਦਾ ਜਿਹੜਾ ਉਹ ਗਠਨ ਕੀਤਾ ਗਿਆ ਤੇ ਜਿਸ ਦੀ ਅੱਜ ਪਲੇਠੀ ਜਿਹੜੀ ਮੀਟਿੰਗ ਜਿਹੜੀ ਹੋਣੀ ਆ, ਤਾਂ ਜਿਸ ਮੀਟਿੰਗ ਦੇ ਵਿੱਚ ਅਹਿਮ ਮੁੱਦੇ ਇਹੋ ਹੀ ਵਿਚਾਰੇ ਜਾਣੇ ਆ ਕਿ ਹਾਂ ਭਈ ਕਿ ਪੰਚਾਇਤ ਤੋਂ ਲੈ ਕੇ ਕਿ ਲੋਕ ਸਭਾ ਤੱਕ ਉੱਪਰ ਤੋਂ ਥੱਲੇ ਤੋਂ ਲੈ ਕੇ ਉੱਪਰ ਤੱਕ ਕੀ ਇਹ ਚੋਣਾਂ ਕਰਵਾਈਆਂ ਜਾ ਸਕਦੀਆਂ ਹੋ ਸਕਦੀਆਂ। ਜੇਕਰ ਕਰਵਾਈਆਂ ਜਾਣਗੀਆਂ ਤਾਂ ਇਸ ਵਿੱਚ ਮੁਸੀਬਤਾਂ ਜਾਂ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ। ਇਹ ਜੇ ਅਹਿਮ ਮੁੱਦੇ ਜਿਹੜੇ ਉਹ ਵਿਚਾਰੇ ਜਾਣਗੇ। ਇੱਕ ਜੋ ਗੱਲ ਜਿਹੜੀ ਆਪਾਂ ਕਰ ਲਈਏ ਕਿ ਹੁਣ ਇੱਕ ਦੇਸ਼ ਇੱਕ ਚੋਣ ਜਿਹੜਾ ਆਪਾਂ ਕਹਿ ਸਕਦੇ ਕਿ ਇਸ ਨੀਤੀ ਨੂੰ ਲੈ ਕੇ ਜਿਹੜੀ ਮੀਟਿੰਗ ਅੱਜ ਹੋਣੀ ਆ ਜਾਂ ਵਿਰੋਧੀ ਧਿਰਾਂ ਵੱਲੋਂ ਇਸ ਗੱਲ ਦਾ ਅਨੁਮਾਨ ਲਾਇਆ ਜਾ ਰਿਹਾ
ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਇਦ 2024 ਦੀਆਂ ਚੋਣਾਂ ਤੋਂ ਪਹਿਲਾਂ ਅਜਿਹਾ ਐਲਾਨ ਕੁਝ ਕਰ ਸਕਦੇ ਆ, ਜਾਂ ਅਜੇ ਤੇ ਇਹ ਡਰ ਆ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਵਿਰੋਧ ਪ੍ਰਗਟ ਕੀਤਾ ਜਾ ਰਿਹਾ। ਮਾਨ ਸਾਹਿਬ ਇਹਦੇ ਵਿਰੋਧੀ ਸੰਬੰਧੀ ਹੀ ਕਹਿ ਸਕਦੇ ਕਿ ਏਡੀ ਜਲਦੀ ਇਹ ਮਸਲਾ ਕਿਸੇ ਧਨ ਪੱਤਰ ਲੱਗੇਗਾ ਨਹੀਂ, ਲੱਗੇਗਾ ਤਾਂ ਕਿਉਂਕਿ ਅਜੇ ਇਹਦੇ ਉੱਤੇ ਕੁਝ ਮੀਟਿੰਗਾਂ ਹੋਰ ਹੋਣਗੀਆਂ, ਜਦੋਂ ਕਿ 2024 ਜਿਹੜਾ ਆ ਉਹ ਲਾਗੇ ਆਉਣ ਵਾਲਾ। ਤਾਂ ਅਜਿਹੀ ਸਥਿਤੀ ਦੇ ਵਿੱਚ ਇਸ ਤਰ੍ਹਾਂ ਲੱਗਦਾ ਨਹੀਂ ਆ ਕਿ ਏਡੀ ਜਲਦੀ ਕਿ ਇਹ ਮਸਲਾ, ਇਹ ਧਨ ਪੱਤਰ ਲੱਗ ਜੇ, ਭਾਵ ਕਿ ਇਹ ਮਸਲਾ, ਇਹ ਮੁੱਦਾ ਜਿਹੜਾ ਜਾਂ ਇਹ ਨੀਤੀ ਜਿਹੜੀ ਆ ਲਾਗੂ ਕਰ ਦਿੱਤੀ ਜਾਵੇ। ਪਰ ਦੂਜੇ ਪਾਸੇ ਮਾਨ ਸਾਹਿਬ ਇਹ ਵੀ ਗੱਲ ਹੈਗੀ ਆ, ਜਿਸ ਤਰ੍ਹਾਂ ਲੋਕੀ ਕਹਿੰਦੇ ਨੇ ਮੋਦੀ ਹੈ ਤਾਂ ਮੁਮਕਿਨ ਹੈ, ਫਿਰ ਉਹ ਵੀ ਇੱਕ ਤੱਥ ਹੈਗਾ। ਸੋ ਇਹ ਤਾਂ ਹੁਣ ਸਮਾਂ ਦੱਸੇਗਾ ਕਿ ਇਸ ਕਮੇਟੀ ਦੀਆਂ ਕਿੰਨੀਆਂ ਮੀਟਿੰਗਾਂ ਹੁੰਦੀਆਂ ਨੇ, ਤਾਂ ਇਹਨਾਂ ਮੀਟਿੰਗਾਂ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਤੇ ਕਿਸ ਤਰੀਕੇ ਨਾਲ ਫਿਰ ਵਿਰੋਧੀ ਧਿਰ ਨੂੰ ਜਿਹੜੀ ਇਹ ਧਿਰ ਹੈਗੀ ਆ, ਸੱਤਾਧਾਰੀ ਧਿਰ ਮਨਾਉਂਦੀ ਆ, ਇਹ ਹੁਣ ਵੇਖਣ ਵਾਲੀ ਗੱਲ ਰਹੇਗੀ। ਬਾਕੀ ਇਸ ਮੀਟਿੰਗ ਦੇ ਉੱਤੇ ਜਿਹੜੀ ਅੱਜ ਪਹਿਲੀ ਪਲੇਠੀ ਮੀਟਿੰਗ ਹੋਣੀ ਆ, ਇਹਦੇ ਉੱਤੇ ਨਜ਼ਰਾਂ ਮਾਨ ਸਾਹਿਬ ਜ਼ਰੂਰ ਟਿਕੀਆਂ ਰਹਿਣਗੀਆਂ। ਬਿਲਕੁਲ ਜੀ, ਬਿਲਕੁਲ। ਪਰ ਆਪਾਂ ਕਹਿ ਸਕਦੇ ਕਿ ਕੇਂਦਰ ਸਰਕਾਰ ਜਾਂ ਫਿਰ ਕਹੀਏ ਬੀਜੇਪੀ ਇੱਕ ਰਾਸ਼ਟਰ ਇੱਕ ਚੋਣ ਦੇ ਮਾਮਲੇ ਦੇ ਵਿੱਚ ਕਦਮ ਅੱਗੇ ਵਧਾ ਦਿੱਤਾ ਉਹਨਾਂ ਵੱਲੋਂ। ਪਹਿਲੀ ਮੀਟਿੰਗ ਅੱਜ ਰੱਖ ਦਿੱਤੀ ਗਈ ਹੈ। ਸੋ ਜਿਸ ਤਰੀਕੇ ਨਾਲ ਸੰਸਦ ਸੈਸ਼ਨ ਖਤਮ, ਸਪੈਸ਼ਲ ਇਜਲਾਸ ਖਤਮ ਹੁੰਦੇ ਹੀ ਮੀਟਿੰਗ ਰੱਖ ਦਿੱਤੀ ਗਈ ਹੈ, ਲੱਗ ਰਿਹਾ ਵੀ ਮੋਦੀ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸੋ ਮੀਟਿੰਗ ਦੇ ਵਿੱਚੋਂ ਸ਼ਾਮ ਤੱਕ ਕੀ ਨਿਕਲਦਾ ਹੈ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਅਣਖੀ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।